भाई साहब रणधीर सिंह जी द्वारा लिखित पुस्तक चरण कमल की मौज ਦੇ ਭਾਗ ਐੜਾ ਦਾ ਅਧਿਆਇ ਦੂਜਾ। ਨਾਭੀ ਕਮਲ ਦੀ ਖੇਡ, ਚਰਨ ਕਮਲਾਂ ਦਾ ਜਾਪ ਤੇ ਹਿਰਦੇ ਅੰਦਰ ਪ੍ਰਕਾਸ਼। ਜੋਤ ਰਸ ਵਿਗਾਸ ਦੇ ਬਿਜਲ ਉਡਗਣੀ ਟਿਮਟਿਮਾਓ ਵਿੱਚ ਵਾਹਿਗੁਰੂ ਦੇ ਚਰਨ ਕਮਲ ਜਦੋਂ ਨਾਭ ਕਮਲ ਅੰਤਰ ਅਸਥਿਤ ਹੋ ਜਾਂਦੇ ਹਨ ਤਾਂ ਉਰਧ ਕਮਲ ਨਾਭੀ ਦਾ ਉਲਟ ਕੇ ਸਿੱਧਾ ਹੋ ਜਾਂਦਾ ਹੈ। ਉਰਧ ਕਮਲ ਨਾਭੀ ਦਾ ਉਲਟ ਕੇ ਸਿੱਧਾ ਹੋ ਜਾਂਦਾ ਹੈ ਤਾਂ ਇੱਥੇ ਜੋਤ ਮੰਤਰ ਦੇ ਰਸ ਵਿਗਾਸ ਕਰ ਮਨ ਵੀ ਅਸਥਿਰ ਹੋਏ ਰਹਿੰਦਾ ਹੈ ਅਤੇ ਸੁਰਤ ਸੁਆਸ ਨੂੰ ਜਿਤਨਾ ਚਿਰ ਚਾਹੋ ਨਾਭ ਪਵਨ ਦੇ ਰਸ ਥਰਾਟ ਵਿੱਚ ਅਟਕਾਈ ਰੱਖੋ ਅਤੇ ਚਰਨ ਕਮਲ ਦੀ ਮੌਜ ਮਾਣੀ ਚੱਲੋ। ਇੱਥੇ ਫਿਰ ਅੰਤਰ ਅਸਥਿਤੀ ਚਰਨ ਕਮਲ ਪੂਜਾ ਪ੍ਰਾਣ ਕੋ ਆਧਾਰ ਬਣ ਜਾਂਦੇ ਹਨ। ਚਰਨ ਕਮਲ ਦੀ ਜੋਤ ਕਿਰਣੀ ਬੀਜਲ ਦਮਕ ਵਿੱਚ ਇੱਕ ਅਕਹਿ ਰਸ ਪ੍ਰਾਣ ਪਵਨ ਦਾ ਆਧਾਰ ਬਣ ਜਾਂਦਾ ਹੈ। ਚਰਨ ਕਮਲ ਦਾਮਨੀ ਚਮਤਕਾਰ ਦਾ ਲਹਿਰਾ ਮਾਰ ਕੇ ਪ੍ਰਾਣਾਂ ਵਿੱਚ ਹੀ ਰਮ ਜਾਂਦੇ ਹਨ। ਇੱਥੇ ਪ੍ਰਾਣਾਂ ਦੀ ਆਕਰਖਣ ਖਿੱਚ ਇਹੀ ਹੁੰਦੀ ਹੈ ਕਿ ਚਰਨ ਕਮਲਾਂ ਦੀ ਹੀ ਪੂਜਾ ਕਰੀ ਜਾਈਏ। ਇਸ ਸਾਰੇ ਉੱਪਰਲੇ ਭਾਵ ਨੂੰ ਇਸ ਹੇਠਲੇ ਗੁਰਵਾਕ ਦੀ ਇੱਕ ਤੁਕੀ ਪੰਕਤੀ ਨੇ ਅਚਰਜ ਗੁੰਫਣੀ ਵਿੱਚ ਗੁੰਫਿਆ ਹੈ। ਚਰਨ ਕਮਲ ਅਸਥਿਤ ਰਿਦ ਅੰਤਰ ਪੂਜਾ ਪ੍ਰਾਨ ਕੋ ਆਧਾਰ। ਸਾਰੰਗ ਮਹੱਲਾ ਪੰਜਵਾਂ। ਗੁਰਮਤਿ ਨਾਮ ਦੀ ਜੋਤ ਮੰਤਰ ਪਾਰਸ ਸਕਤ ਵਾਲੀ ਧੁਨੀ ਅਤੀ ਅਸਚਰਜ ਅਤੇ ਅਤ ਮਿੱਠੀ ਅਤ ਨੀਕੀ ਹੈ। ਇਹ ਅਨੂਪਮ ਦਿਵ ਸਰੂਪਮ ਚਰਨ ਕਮਲਾਂ ਨੂੰ ਰਿਦੰਤਰ ਪ੍ਰਗਟਾਵਨਹਾਰੀ ਹੈ। ਇਹਨਾਂ ਦਿਵਯ ਜੋਤੀਏ ਸੱਚੜੇ ਚਰਨ ਕਮਲਾਂ ਦੇ ਰਿਦੰਤਰ ਪ੍ਰਗਟ ਹੋਣ ਪਰ ਨਾਮ ਅਭਿਆਸ ਦਾ ਰਹੱਸ ਜੋਤ ਵਿਗਾਸ ਦੀ ਮੌਜ ਵਿੱਚ ਹੋਰ ਵਧੇਰਾ ਅਖੰਡਾਕਾਰ ਹੋਏ ਆਵੰਦਾ ਹੈ। ਇਸ ਅਖੰਡਾਕਾਰ ਰਸ ਜੋਤ ਸੰਪੰਨ ਸਵਾਸ ਅਭਿਆਸ ਦਾ ਲਗਾਤਾਰ ਸਵਾਦ ਸਾਹਸੀ ਬਿਲੋਵਣਾ ਰਿਦੰਤਰ ਬਿਲੋਈ ਜਾਵਣਾ ਸੱਚੜੇ ਤਤ ਪ੍ਰਜੁਲਤੀ ਚਰਨਾਂ ਦਾ ਸੇਵਨਾ ਹੈ। ਜਿਨ੍ਹਾਂ ਦੇ ਸਰੇਵਨ ਸੇਵਨ ਕਰ ਭਰਮ ਭਾਵ ਦਾ ਨਾਸ ਹੋ ਜਾਂਦਾ ਹੈ। ਨਾਮ ਅਭਿਆਸੀ ਰਸ ਵਿਗਾਸੀ ਗੁਰਮੁਖ ਜਨਾਂ ਸੰਤ ਸੁਰਜਨਾਂ ਦੀ ਸੰਗਤ ਵਿੱਚ ਮਿਲ ਕੇ ਚਰਨ ਸਰੇਵਨ ਨਾਲ ਅਜਿਹਾ ਮਨ ਮਾਰਿਆ ਜਾਂਦਾ ਹੈ ਕਿ ਭਰਮ ਭਾਵ ਦੀ ਕਾਈ ਦੀ ਰਿਜਮ ਮਾਤਰ ਵੀ ਬਾਕੀ ਨਹੀਂ ਰਹਿੰਦੀ। ਜੋਤ ਵਿਗਾਸੀ ਨਾਮ ਦੇ ਰੰਗ ਚਲੂਲੜੇ ਅਸਥਰਾਓ ਵਿੱਚ ਨਿਹਚਲ ਨਿਵਾਸ ਹੋ ਜਾਂਦਾ ਹੈ ਅਤੇ ਅਗਿਆਨਤਾ ਅੰਧੇਰੇ ਦਾ ਵਿਨਾਸ਼ ਹੋ ਜਾਂਦਾ ਹੈ ਅਤੇ ਜੋਤ ਪ੍ਰਕਾਸ਼ ਰੂਪੀ ਕਿਰਨ ਕਮਲ ਦੇ ਰਿਦੰਤਰੀ ਪਸਰਾਓ ਅੰਦਰ ਨਿਖਰਵਾਂ ਵਿਗਾਸ ਇਉਂ ਹੋ ਜਾਂਦਾ ਹੈ ਜਿਵੇਂ ਕੋਟ ਚੰਦਰਮਾ ਦਾ ਭਾਨ ਕਮਲੀ ਵਿਗਾਸ ਹੁੰਦਾ ਹੈ। ਅਜਿਹੇ ਸਹਿਜ ਸੁਖੈਨੀ ਅਮਰ ਪਦਾਰਥੀ ਸੰਪੂਰਨ ਫਲ ਸਤਿਗੁਰੂ ਦੇ ਘਰ ਅੰਦਰ ਹੀ ਹਨ ਅਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਦੁਆਰਾ ਹੀ ਇਹ ਦ੍ਰਿੜ ਵਿਸ਼ਵਾਸੀ ਰਿਦ ਵਿਗਾਸੀ ਸੁਖ ਪ੍ਰਾਪਤ ਹੁੰਦਾ ਹੈ। ਇਹ ਗੁਰਮਤਿ ਦ੍ਰਿੜ ਵਿਸ਼ਵਾਸ ਨੂੰ ਅਸਥਰਾਉਣ ਵਾਲਾ ਪ੍ਰੇਮ ਪਦਾਰਥ ਕੇਵਲ ਗੁਰਮਤਿ ਨਾਮ ਹੀ ਹੈ ਜਿਸ ਦੀ ਕਮਾਈ ਅਤੁੱਟ ਕਮਾਈ ਕਰਨ ਕਰ ਮੋਹ ਮਾਇਆ ਦਾ ਉੱਕਾ ਹੀ ਅਭਾਵ ਹੋ ਜਾਂਦਾ ਹੈ। ਇਸ ਵਿਧ ਜੋਤ ਪ੍ਰਜੁਲਿਤ ਚਰਨ ਕਮਲ ਸਰੂਪੀ ਨਾਮ ਦਾ ਰਿਦੰਤਰ ਨਿਵਾਸ ਹੋਣ ਕਰ ਗੁਰ ਭਾਣੇ ਅੰਦਰ ਅੰਤਰ ਆਤਮੇ ਹੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਫਿਰ ਇਉਂ ਗੁਰਮੁਖਾਂ ਦਾ ਕਮਲ ਪ੍ਰਗਾਸ ਹੋਣ ਕਰ ਉਹਨਾਂ ਦੇ ਹਿਰਦੇ ਅੰਦਰ ਹੀ ਵਾਹਿਗੁਰੂ ਜੋਤੀ ਸਰੂਪ ਦਾ ਪ੍ਰਕਾਸ਼ ਹੋਏ ਆਉਂਦਾ ਹੈ। ਰਿਦੰਤਰ ਪ੍ਰਭੂ ਦੇ ਪ੍ਰਗਟ ਹੋਣ ਦਾ ਪ੍ਰਤਾਪ ਇਹ ਪ੍ਰਭਾਵ ਵਰਤਾਉਂਦਾ ਹੈ
ਕਿ ਨਾਭ ਕਮਲ ਦੀ ਜੋਤ ਕਣੀ ਤੋਂ ਪ੍ਰਜੁੱਲਤ ਹੋਈ ਤੇ ਹਿਰਦੇ ਅੰਦਰ ਪਸਰਾਓ ਕਰ ਗਈ ਜੋਤ ਚਾਨਣੀ, ਜੋਤੀ ਸਰੂਪ ਦਰਸ਼ਨਾਂ ਦੇ ਹਾਜ਼ਰ ਹਜ਼ੂਰੀ ਜ਼ਹੂਰ ਸੰਯੁਕਤ, ਸਾਰੇ ਨਭ ਪੁਲਾੜ ਧਰਤ ਆਕਾਸ਼ ਵਿਖੇ ਮੌਲ ਉੱਠਦੀ ਹੈ। ਸਾਰਾ ਧਰਤ ਆਕਾਸ਼ੀ ਪੁਲਾੜ ਇਸ ਜੋਤ ਚਾਨਣੇ ਦੇ ਝਿਲਮਿਲਕਾਰ ਵਿੱਚ ਮੌਲਿਆ ਨਜ਼ਰ ਆਉਂਦਾ ਹੈ ਤੇ ਪ੍ਰਤੱਖ ਪ੍ਰਗਟ ਪਹਾਰੇ ਜਾਪਦਾ ਹੈ। ਯਥਾ ਗੁਰਵਾਕ ਸੱਚੇ ਚਰਨ ਸੇਵੀਐ ਭਾਈ, ਭਰਮ ਭਉ ਹੋਵੈ ਨਾਸ, ਮਿਲ ਸੰਤ ਸਭਾ ਮਨ ਮਾਂਝੀਐ ਭਾਈ, ਹਰ ਕੇ ਨਾਮ ਨਿਵਾਸ, ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੈ ਪ੍ਰਗਾਸ, ਗੁਰ ਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼, ਤਿਸ ਭਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ, ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ਼। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ। ਚਰਨ ਕਮਲਾਂ ਦੀ ਇਸ ਅਤ ਮਿੱਠੀ, ਅਤ ਨੇਕੀ, ਅਨੂਪਮ ਬੀਜਲ ਤਾਰ ਤਰੰਗ ਨੂੰ ਸੁਰਤ ਆਕਰਖਣੀ ਸਵਾਸਾਂ ਵਿਖੇ ਰੁਮਾ ਕੇ ਆਨੰਦ ਅਹਿਲਾਦ ਦਾ ਰਸ ਬਿਸਮਾਦ ਦਮ ਬਦਮ ਚਖਣਾ ਇਹ ਚਰਨ ਕਮਲਾਂ ਦਾ ਜਾਪ ਜਪਣਾ ਹੈ। ਚਰਨ ਕਮਲਾਂ ਦੀ ਇਸ ਅਤ ਮਿੱਠੀ, ਅਤ ਨੇਕੀ, ਅਨੂਪਮ ਬੀਜਲ ਤਾਰ ਤਰੰਗ ਨੂੰ ਸੁਰਤ ਆਕਰਖਣੀ ਸਵਾਸਾਂ ਵਿਖੇ ਰੁਮਾ ਕੇ ਆਨੰਦ ਅਹਿਲਾਦ ਦਾ ਰਸ ਬਿਸਮਾਦ ਦਮ ਬਦਮ ਚਖਣਾ ਇਹ ਚਰਨ ਕਮਲਾਂ ਦਾ ਜਾਪ ਜਪਣਾ ਹੈ। ਇਸ ਭਾਵ ਨੂੰ ਇੱਕ ਦੁੱਤੁਕੀ ਵਿਖੇ ਗੁੰਫਤ ਕਰਕੇ ਇਸ ਗੁਰਵਾਕ ਅੰਦਰ ਕਿਆ ਸੋਹਣਾ ਦਰਸਾਇਆ ਗਿਆ ਹੈ। ਨੀਕੀ ਰਾਮ ਕੀ ਧੁਨ ਸੋਏ, ਨੀਕੀ ਰਾਮ ਕੀ ਧੁਨ ਸੋਏ, ਚਰਨ ਕਮਲ ਅਨੂਪ ਸੁਆਮੀ, ਜਪਤ ਸਾਧੂ ਹੋਏ। ਰਹਾਉ। ਸਾਰੰਗ ਮਹੱਲਾ ਪੰਜਵਾਂ। ਚਰਨ ਕਮਲਾਂ ਦਾ ਇਸ ਵਿਵਸਥਾ ਵਿੱਚ ਅਜਪਾ ਜਾਪ ਕਰਨਹਾਰਾ ਹੀ ਵਾਸਤਵ ਵਿੱਚ ਤਤ ਗੁਰਮੁਖ ਸਾਧੂ ਸਦਾ ਸਕਦਾ ਹੈ। ਚਰਨ ਕਮਲਾਂ ਦਾ ਇਸ ਵਿਵਸਥਾ ਵਿੱਚ ਅਜਪਾ ਜਾਪ ਕਰਨਹਾਰਾ ਹੀ ਵਾਸਤਵ ਵਿੱਚ ਤਤ ਗੁਰਮੁਖ ਸਾਧੂ ਸਦਾ ਸਕਦਾ ਹੈ। ਉੱਪਰਲੀ ਰੰਗ ਰਸ ਰਚਨੀ ਅਸਥਿਰਤਾ ਵਿੱਚ ਜਿਨ੍ਹਾਂ ਦੀ ਲਿਵ ਡੋਰੀ ਚਰਨ ਕਮਲਾਂ ਸੰਗ ਰਚ ਮਿਚ ਗਈ, ਉਹਨਾਂ ਗੁਰਮੁਖਾਂ ਨੇ ਇਸ ਡੋਰੀ ਦੀ ਬਦੌਲਤ ਪੁਰਖ ਅਪਾਰ ਗੁਰੂ ਕਰਤਾਰ ਨੂੰ ਭੇਟ ਲਿਆ ਹੈ। ਚਰਨ ਕਮਲ ਸਿਉ ਰਾਚੀ ਡੋਰੀ, ਭੇਟਿਓ ਪੁਰਖ ਅਪਾਰੋ। ਸਾਰੰਗ ਮਹੱਲਾ ਪੰਜਵਾਂ। ਜਿਨ੍ਹਾਂ ਗੁਰਮੁਖ ਅਭਿਆਸੀ ਚਰਨ ਕਮਲ ਪ੍ਰਗਾਸੀ ਜਨਾਂ ਦਾ ਜੀਉੜਾ ਚਰਨ ਕਮਲਾਂ ਨਾਲ ਬੇਧਿਆ ਗਿਆ ਹੈ, ਉਹ ਚਰਨਾਂ ਸੰਗ ਹੀ ਸਮਾ ਜਾਂਦੇ ਹਨ ਅਤੇ ਸਦਾ ਸੁਰਜੀਤਨੀ ਆਤਮ ਅਵਸਥਾ ਵਿੱਚ ਚਰਨਾਂ ਵਿੱਚ ਸਦਾ ਸਮਾਏ ਰਹਿੰਦੇ ਹਨ। ਯਥਾ ਗੁਰਵਾਕ ਚਰਨ ਕਮਲ ਨਾਨਕ ਮਨ ਬੇਧਿਓ, ਚਰਨਹਿ ਸੰਗ ਸਮਾਹੇ। ਸਾਰੰਗ ਮਹੱਲਾ ਪੰਜਵਾਂ। ਚਰਨ ਕਮਲ ਨੂੰ ਹਿਰਦੈ ਵਸਾਉਣ ਦੀ ਮਹਿਮਾ ਇਸ ਹੇਠਲੇ ਗੁਰਵਾਕ ਵਿੱਚ ਕਿਆ ਸੁੰਦਰ ਗਾਈ ਗਈ ਹੈ। ਕਰ ਕਿਰਪਾ ਆਪਣੇ ਪਹਿ ਆਇਆ, ਧਨ ਸੋ ਹਿਰਦਾ ਜਿਹ ਚਰਨ ਬਸਾਇਆ। ਚਰਨ ਬਸਾਇਆ, ਸੰਤ ਸੰਗਾਇਆ, ਅਗਿਆਨ ਅੰਧੇਰ ਗਵਾਇਆ, ਭਇਆ ਪ੍ਰਗਾਸ ਹਿਰਦੈ ਉਲਾਸ, ਪ੍ਰਭ ਲੋੜੀਂਦਾ ਪਾਇਆ। ਦੁਖ ਨਾਠਾ ਸੁਖ ਘਰ ਮੈਂ ਵੂਠਾ, ਮਹਾ ਆਨੰਦ ਸਹਿਜ ਆਇਆ, ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪਹਿ ਆਇਆ। ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪਹਿ ਆਇਆ। ਸਾਰੰਗ ਛੰਤ ਮਹੱਲਾ ਪੰਜਵਾਂ। ਇਸ ਉੱਪਰਲੇ ਗੁਰਵਾਕ ਅੰਦਰ ਚਰਨ ਕਮਲਾਂ ਨੂੰ ਹਿਰਦੈ ਵਸਾਉਣ ਦੇ ਪ੍ਰਤਾਪ ਕਰ
ਇਹ ਪਾਰਸ ਫਲ ਪਾਰਜਾਤ ਅੰਕੁਰ ਹੋਏ ਕਿ ਇੱਕ ਤਾਂ ਅਗਿਆਨ ਅੰਧੇਰ ਦਾ ਵਿਨਾਸ਼ ਹੋ ਗਿਆ, ਦੂਜੇ ਜਨਮ ਮਰਨ 84 ਦੇ ਗੇੜ ਦੀ ਦਰਿਦਰਤਾ ਦਾ ਦਾਰਨ ਦੁੱਖ ਉੱਕਾ ਮਿਟ ਕੇ ਨੱਠ ਗਿਆ, ਤੀਜੇ ਸੱਚਾ ਆਤਮ ਆਨੰਦੀ ਸੁਖ ਮਨ ਵਿਖੇ ਆਏ ਉੱਠਾ, ਚੌਥੇ ਮਹਾ ਆਨੰਦਮਈ ਸਹਿਜ ਵਿਵਸਥਾ ਬਣ ਆਈ, ਪੰਜਵੇਂ ਹਿਰਦੇ ਵਿਖੇ ਆਨੰਦ ਉਲਾਸੀ ਪ੍ਰਗਾਸ ਐਸਾ ਹੋਇਆ ਕਿ ਜੋਤੀ ਸਰੂਪ ਵਾਹਿਗੁਰੂ ਦੇ ਸਾਖਸ਼ਾਤ ਦਰਸ ਮਿਲਾਪ ਵੀ ਅੰਤਰ ਆਤਮੇ ਹੀ ਹੋਏ ਗਏ। ਕੈਸਾ ਅਸਚਰਜ ਪ੍ਰਤਾਪ ਹੈ ਚਰਨ ਕਮਲਾਂ ਦੇ ਹਿਰਦੇ ਅੰਤਰ ਵਸਣ ਦਾ। ਇਸ ਕਰਕੇ ਗੁਰਸਿੱਖ ਸੇਵਕ ਜਨ ਦੀ ਅਨੂਠੀ ਅਰਦਾਸ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਹਜ਼ੂਰ ਇਹੀ ਰਹਿੰਦੀ ਹੈ, ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਵਡਹੰਸ ਮਹੱਲਾ ਪੰਜਵਾਂ। ਸਤਿਗੁਰੂ ਗੁਰੂ ਵਾਹਿਗੁਰੂ ਦਾ ਰਿਦ ਨਾਮ ਅਭਿਆਸੀ ਧਿਆਨ ਧਰਿਆਂ ਹੀ ਵਾਹਿਗੁਰੂ ਦੇ ਚਰਨ ਮਨ ਅੰਦਰ ਚੀਨੇ ਜਾਂਦੇ ਹਨ। ਯਥਾ ਗੁਰਵਾਕ ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤੈ ਅਸਥਿਰ ਕੀਨੇ ਰਹਾਓ। ਸੋਹੀ ਮਹੱਲਾ ਪੰਜਵਾਂ। ਜੋਤ ਪ੍ਰਕਾਸ਼ ਤੇ ਨਾਮ ਨੂੰ ਜਪਣਾ ਚਰਨ ਕਮਲਾਂ ਦਾ ਜਾਪ ਜਪਣਾ ਹੈ। ਜੋਤ ਪ੍ਰਕਾਸ਼ ਤੇ ਨਾਮ ਨੂੰ ਜਪਣਾ ਚਰਨ ਕਮਲਾਂ ਦਾ ਜਾਪ ਜਪਣਾ ਹੈ, ਜਿਸ ਦੇ ਜਪਣ ਕਰ ਹੀ ਜੀਵ ਦਾ ਨਿਸਤਾਰਾ ਅਤੇ ਭਵਜਲੋਂ ਪਾਰ ਉਤਾਰਾ ਹੈ। ਚਰਨ ਕਮਲਾਂ ਦਾ ਧਿਆਨ ਧਰਿਆਂ ਸਭੇ ਫਲ ਸੁੱਤੇ ਸਿੱਧ ਆਣ ਪ੍ਰਾਪਤ ਹੁੰਦੇ ਹਨ ਅਤੇ ਆਵਾਗਮਨ ਦਾ ਗੇੜ ਵੀ ਮਿਟ ਜਾਂਦਾ ਹੈ, ਅਤੇ ਸੱਚੀ ਭਾਏ ਭਗਤ ਵਾਲਾ ਸਹਿਜ ਸੁਭਾਈ ਅਜਪਾ ਜਾਪ ਇੱਥੇ ਪੁੱਜ ਕੇ ਹੀ ਛਿੜਦਾ ਹੈ। ਸੱਚੀ ਭਾਏ ਭਗਤ ਵਾਲਾ ਸਹਿਜ ਸੁਭਾਈ ਅਜਪਾ ਜਾਪ ਇੱਥੇ ਪੁੱਜ ਕੇ ਹੀ ਛਿੜਦਾ ਹੈ। ਇਸੇ ਅਜਪਾ ਜਾਪ ਦੇ ਕੀਤਿਆਂ ਏਕ ਅਲਖ ਅਪਾਰ ਪੂਰਨ ਪ੍ਰਭੂ ਨੂੰ ਰਿਝਾਈਦਾ ਹੈ ਤੇ ਤੁਠਣ ਤੁਠਾਈਦਾ ਹੈ, ਅਤੇ ਇੱਥੇ ਇਸ ਪਦ ਪੁੱਜਿਆਂ ਹੀ ਅਨਿਨ ਉਪਾਸਨਾ ਅਕਾਲ ਪੁਰਖ ਦੀ ਨਿਖਰਦੀ ਹੈ। ਦੁਤੀਆ ਨਾਸਤ ਵਾਸਤਵ ਵਿੱਚ ਇੱਥੇ ਪੁੱਜ ਕੇ ਹੀ ਹੁੰਦਾ ਹੈ, ਅਤੇ ਅਕਾਲ ਪੁਰਖ ਨੂੰ ਸੱਚਮੁੱਚ ਸਰਬ ਵਿਆਪਕ ਸਰਬ ਨਿਵਾਸੀ ਘਟ ਘਟ ਵਾਸੀ ਇੱਥੇ ਹੀ ਪ੍ਰਤੱਖ ਕਰੀਦਾ ਹੈ। ਯਥਾ ਗੁਰਵਾਕ ਗੁਰ ਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ। ਹਰ ਚਰਨ ਧਿਆਏ ਸਭ ਫਲ ਪਾਏ, ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ। ਹਰ ਜਪ ਆਪਣੇ ਪ੍ਰਭ ਭਾਵਾਂ, ਜਪ ਏਕ ਅਲਖ ਅਪਾਰ ਪੂਰਨ, ਤਿਸ ਬਿਨਾ ਨਹੀਂ ਕੋਈ। ਬਿਨਵੰਤ ਨਾਨਕ ਗੁਰ ਭਰਮੁਖ ਹੋਇਆ, ਜਤ ਦੇਖਾਂ ਤਤ ਸੋਈ। ਜਤ ਦੇਖਾਂ ਤਤ ਸੋਈ। ਸੋਹੀ ਛੰਤ ਮਹੱਲਾ ਪੰਜਵਾਂ। ਘਰ ਦੂਜਾ। ਚਰਨ ਕਮਲ ਸ਼ਰਨਾਏ ਰਹਿ ਕੇ ਨਾਮ ਜਪਣਾ ਸਦਾ ਹੀ ਸੰਗ ਸਹਾਈ ਹੁੰਦਾ ਹੈ। ਚਰਨ ਕਮਲ ਸ਼ਰਨਾਏ ਰਹਿ ਕੇ ਨਾਮ ਜਪਣਾ ਸਦਾ ਹੀ ਸੰਗ ਸਹਾਈ ਹੁੰਦਾ ਹੈ। ਗੁਰਮੁਖ ਹੀ ਇਹ ਸੱਚਾ ਧਨ ਪ੍ਰਾਪਤ ਕਰਦੇ ਹਨ। ਯਥਾ ਗੁਰਵਾਕ ਹਰ ਚਰਨ ਕਮਲ ਸ਼ਰਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ। ਗੁਰਮੁਖ ਭਾਵਹਿ ਸਾਚ ਧਨਾ ਰਹਾਓ। ਰਾਮਕਲੀ ਮਹੱਲਾ ਪੰਜਵਾਂ। ਗੁਰ ਗੁਰ ਕਰਤ ਸਦਾ ਸੁਖ ਪਾਇਆ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੇ ਚਿੱਤ ਲਾਈ ਹੈ। ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਣੀ ਮਨ ਲਾਈ ਹੈ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਇੱਥੇ ਹਰ ਗੁਰ ਜਾਪ ਵਾਹਿਗੁਰੂ ਜਾਪ ਦਾ ਪ੍ਰਤਿਪਾਦਕ ਹੈ। ਇੱਥੇ ਹਰ ਗੁਰ ਜਾਪ ਵਾਹਿਗੁਰੂ ਜਾਪ ਦਾ ਪ੍ਰਤਿਪਾਦਕ ਹੈ। ਦੇਖੋ ਅਗਲਾ ਗੁਰਵਾਕ ਚਰਨ ਕਮਲਾਂ ਦੀ ਕੈਸੀ ਅਨੂਪਮ ਝਾਕੀ ਝੁਕਾਉਂਦਾ ਹੈ।
ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਅਗਿਆਨ ਮੋਹ ਮਗਨ ਮਹਾ ਪ੍ਰਾਣੀ, ਅੰਧਿਆਰੇ ਮਹਿਦੀਪ ਰਹਾਓ। ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ, ਚਰਨ ਕਮਲ ਆਨੂਪ। ਅਨਿਕ ਬਾਰ ਕਰਉ ਤਿਹ ਬੰਧਨ, ਮਨਹਿ ਚਰਾਵੋ ਧੂਪ। ਹਾਰ ਪਰਿਓ ਤੁਮਰੇ ਪ੍ਰਭ ਦੁਆਰੈ, ਦ੍ਰਿੜ ਕਰ ਗਹੀ ਤੁਮਹਾਰੀ ਲੂਕ। ਕਾਢ ਲਿਹੋ ਨਾਨਕ ਆਪਣੇ ਕਉ, ਸੰਸਾਰ ਪਾਵਕ ਕੇ ਕੂਪ। ਕਾਢ ਲਿਹੋ ਨਾਨਕ ਆਪਣੇ ਕੋ, ਸੰਸਾਰ ਪਾਵਕ ਕੇ ਕੂਪ। ਜੈਤਸਰੀ ਮਹੱਲਾ ਪੰਜਵਾਂ। ਗੁਰਮੁਖ ਭਗਤ ਜਨਾਂ ਦਾ ਜੀਵਨ ਰੂਪ ਵੀ ਗੋਬਿੰਦ ਵਾਹਿਗੁਰੂ ਹੀ ਹੈ। ਪ੍ਰਾਨ ਰੂਪ ਵੀ ਗੋਬਿੰਦ ਵਾਹਿਗੁਰੂ ਹੀ ਹੈ। ਸਚੜਾ ਧਨ ਰੂਪ ਵੀ ਗੋਬਿੰਦ ਵਾਹਿਗੁਰੂ ਹੀ ਹੈ। ਅਗਿਆਨ ਮੋਹ ਮਮਤਾ ਵਿੱਚ ਮਹਾ ਮਗਨ ਪ੍ਰਾਣੀਆਂ ਲਈ ਗੋਬਿੰਦ ਵਾਹਿਗੁਰੂ ਹੀ ਅੰਧਕਾਰ ਮਹਿ ਜੋਤ ਉਜਿਆਰਾ ਕਰਨਹਾਰਾ ਸੱਚਾ ਚਾਨਣ ਮੁਨਾਰਾ ਹੈ। ਇਸ ਸੱਚੇ ਦੀਪਕ ਉਜਿਆਰੇ ਨਾਲ ਚਮਤਕ੍ਰਿਤ ਹੋ ਕੇ ਹੀ ਭਗਤ ਜਨ ਪ੍ਰੀਤਮ ਪ੍ਰਭੂ ਦਾ ਸਾਂਗੋ ਪਾਂਗ ਦਰਸ਼ਨ ਕਰਦੇ ਹੋਏ ਇਸ ਬਿਧ ਸਨਮੁਖ ਉਤਸ਼ਾਹ ਪੁਲਕ੍ਰਿਤ ਜੋਦੜੀਆਂ ਮਈ ਉਸਤਤ ਉਚਾਰਨ ਕਰਦੇ ਹਨ। ਹੇ ਪ੍ਰਭੂ ਪ੍ਰੀਤਮ, ਤੇਰਾ ਦਰਸ਼ਨ ਸਫਲ ਦਰਸ਼ਨ ਹੈ ਅਤੇ ਤੇਰੇ ਚਰਨ ਕਮਲ ਅਨੂਪ ਹਨ, ਜਿਨ੍ਹਾਂ ਦੇ ਅਰੂਪ ਰੂਪ ਜਲਵੇ ਦੀ ਕੋਈ ਵੀ ਉਪਮਾ ਨਹੀਂ ਹੋ ਸਕਦੀ। ਚਰਨ ਕਮਲਾਂ ਦਾ ਪ੍ਰੇਮੀ, ਚਰਨ ਕਮਲਾਂ ਦਾ ਸੱਚਾ ਪੁਜਾਰੀ, ਸੱਚੜਾ ਆਸ਼ਕ ਬਾਰੰਬਾਰ ਅਨੇਕ ਵਾਰ ਇਹਨਾਂ ਪਿਆਰੇ ਅਨੂਪਮ ਚਰਨ ਕਮਲਾਂ ਨੂੰ ਡੰਡੌਤ ਬੰਦਨਾ ਨਮਸਕਾਰਾਂ ਹੀ ਕਰਦਾ ਰਹਿੰਦਾ ਹੈ ਅਤੇ ਸਦਾ ਸਦਾ ਕਰਨ ਲਈ ਉਤਸ਼ਾਹਤ ਰਹਿੰਦਾ ਹੈ। ਇਹਨਾਂ ਅਨੂਪ ਸੁੰਦਰ ਸਰੂਪ ਚਰਨਾਂ ਵਿਟੋਂ ਧੂਪ ਚੜਾਉਣ ਲਈ ਆਪਣੇ ਮਨ ਨੂੰ ਹੋਮ ਦਿੰਦਾ ਹੈ ਅਤੇ ਇਸ ਵਿਧ ਆਪਣਾ ਮਨੂਆ ਹੋਮ ਕੇ ਸਦਾ ਨਿਰਮਾਣ ਨੀਵਾਂ ਹੋ ਕੇ ਚਰਨ ਕਮਲਾਂ ਵਾਲੇ ਪ੍ਰੀਤਮ ਦੇ ਦੁਆਰੇ ਹੀ ਪਿਆ ਰਹਿਣ ਨੂੰ ਪ੍ਰੇਮ ਨੇਮਤ ਪ੍ਰਾਪਤ ਹੋਈ ਸਮਝਦਾ ਹੈ ਅਤੇ ਹਾਰ ਚਲੇ ਗੁਰਮੁਖ ਜਗ ਜੀਤਾ। ਭਾਈ ਗੁਰਦਾਸ ਜੀ ਵਾਰ 10ਵੀਂ ਪੌੜੀ ਪਹਿਲੀ ਦੇ ਅਮਲੀ ਪੂਰਨੇ ਪਾਉਂਦਾ ਹੈ। ਗੁਪਤ ਲੁਪਤ ਹੋ ਚਰਨ ਕਮਲ ਮਗਨਸ਼ਟ ਦਸ਼ਾ ਵਿੱਚ ਅਲਖ ਵਸਤੂ ਨੂੰ ਲਖਦਾ ਹੋਇਆ ਅਤੇ ਅਜਰ ਵਸਤੂ ਨੂੰ ਜਰਦਾ ਹੋਇਆ ਕਿਸੇ ਨੂੰ ਜਣਾਉਂਦਾ ਜਤਾਉਂਦਾ ਨਹੀਂ। ਇਉਂ ਨਿਰਮਾਣ ਅਨਿਨ ਗੁਰਸਿੱਖਾਂ ਨੇ ਆਪਣੀ ਪੁੱਗ ਖਲੋਈ ਹੋਈ ਅਵਸਥਾ ਨੂੰ ਲੁਕਾਉਣ ਲਈ ਦ੍ਰਿੜ ਕਰਕੇ ਪ੍ਰਭੂ ਪ੍ਰੀਤਮ ਦੇ ਚਰਨ ਕਮਲਾਂ ਦੀ ਲੁਕ ਗੁਫਾ, ਲੁਕਣ ਓਟੀ ਮੰਜ਼ਿਲ ਗਹਿ ਲਈ ਅਤੇ ਅੰਤਰਗਤੀ ਇਸੇ ਜੋਦੜੀ ਵਿੱਚ ਮਹਿਜ਼ੂਜ਼ ਰਹਿਣਾ ਉਹਨਾਂ ਨੂੰ ਪਸੰਦ ਅਤੇ ਮਹਾ ਮਨਜ਼ੂਰ ਹੈ ਕਿ ਹਜ਼ੂਰ ਦੀ ਚਰਨ ਸ਼ਰਨ ਹਜ਼ੂਰੀ ਲੁਕ ਹਮੇਸ਼ਾ ਬਣੀ ਰਹੇ ਅਤੇ ਇਸ ਲੂਕ ਵਿੱਚ ਲੁਕਿਆਂ ਹੀ ਬਹਿਆ ਜਾਏ, ਕਿਉਂਕਿ ਇਹੋ ਲੂਕ ਹੀ ਸੰਸਾਰ ਦੀ ਬਿਖਾ ਅਗਨੀ ਵਾਲੇ ਰੂਪ ਵਿੱਚੋਂ ਕੱਢਣ ਲਈ ਸੇਵਕ ਜਨ ਨੂੰ ਸਹਾਈ ਹੈ। ਪ੍ਰੇਮ ਭਗਤੀ ਦੀ ਦਾਤ ਪ੍ਰੀਤਮ ਦੇ ਦੁਆਰਿਓਂ ਉਦੋਂ ਮਿਲਦੀ ਹੈ ਜਦੋਂ ਨਾਮ ਮਹਾਰਸ ਦੀ ਬੂੰਦ ਕਿਰਨ ਚਰਨ ਕਮਲ ਦੀ ਜੋਤ ਜਗਰਨੀ ਹਿਰਦੇ ਬੇਦਨੀ ਤਾਰ ਬਣ ਕੇ ਘਟ ਅੰਤਰ ਸੰਚਰ ਜਾਂਦੀ ਹੈ। ਇਸ ਆਤਮ ਆਹਲਾਦਨੀ ਅਵਸਥਾ ਵਿੱਚ ਪ੍ਰੀਤਮ ਪ੍ਰੇਮਾ ਭਗਤ ਦਾ ਦਾਤਾ ਬਣ ਕੇ ਆਪਣੇ ਜਨ ਸੰਗ ਰਤਾ ਜਾਂਦਾ ਹੈ। ਇਸ ਰੰਗ ਰਤੜੀ ਰਸ ਮਤੜੀ ਦਸ਼ਾ ਵਿੱਚ ਹੀ ਦਿਨ ਸਰਾਤ ਇੱਕਸਾਰ ਆਤਮ ਲਿਵਤਾਰ ਅੰਤਰਗਤ ਬੱਝੀ ਰਹਿੰਦੀ ਹੈ ਅਤੇ ਇਸ ਇੱਕ ਨਿਮਕ ਭਰ ਵੀ ਪ੍ਰੀਤਮ ਪ੍ਰਾਨ ਆਧਾਰ ਪ੍ਰਭੂ ਪਰਮਾਤਮ ਦੇਵ ਵਾਹਿਗੁਰੂ ਮਨੋਂ ਨਹੀਂ ਵਿਸਰਦਾ। ਪ੍ਰਾਨ ਆਧਾਰ ਜੋ ਹੋਇਆ, ਪ੍ਰਾਨ ਆਧਾਰ ਜੋ ਹੋਇਆ ਵਿਸਰ ਜਾਏ ਤਾਂ ਆਧਾਰ ਜਾਂਦਾ ਰਹਿੰਦਾ ਹੈ। ਚਰਨ ਕਮਲਾਰ ਹੀ ਪ੍ਰਾਨ ਆਧਾਰ ਹੋ ਕੇ ਪ੍ਰਗਟ ਹੁੰਦੇ ਹਨ ਅਤੇ ਇਹਨਾਂ ਜੋਤ ਪਰਜੁਲਨੇ ਚਰਨ ਕਮਲਾਂ ਦੀ ਬਦੌਲਤ
ਸਰਬ ਗੁਣਾ ਗੁਣ ਉੱਤਮ ਗੋਪਾਲ, ਗੁਣ ਨਿਧ ਜਗਦੀਸ਼ਰ ਵਾਹਿਗੁਰੂ ਸਦਾ ਸਨਮੁਖ ਅਤੇ ਸੰਗ ਹੀ ਹਾਜ਼ਰ ਨਜ਼ਰੀ ਆਉਂਦਾ ਹੈ। ਪਰੰਤੂ ਇਸ ਨਾਮ ਰਸ ਮਾਤੜੀ ਚਰਨ ਕਮਲ ਸੰਗ ਅਹਨਿਸ ਮਗਨ ਰਹਿਣ ਵਾਲੀ ਵਿਵਸਥਾ ਨੂੰ ਕੋਟ ਮੱਧੇ ਕਿਸੇ ਵਿਰਲੇ ਗੁਰਮੁਖ ਜਨ ਨੇ ਹੀ ਜਾਤਾ ਲਖਿਆ ਹੈ। ਯਥਾ ਗੁਰਵਾਕ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ। ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨ ਹੋ ਨ ਵੀਸਰੈ। ਗੋਪਾਲ ਗੁਣ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹ ਲੀਨਾ, ਮਨ ਮੋਹ ਲੀਨਾ ਚਰਨ ਸੰਗੇ। ਨਾਮ ਰਸ ਜਨ ਮਾਤੇ, ਨਾਨਕ ਪ੍ਰੀਤਮ ਕਿਰਪਾਲ ਸਦਹੂੰ। ਕਿਨੈ ਕੋਟ ਮਧੇ ਜਾਤੇ। ਮਲਾਰ ਛੰਤ ਮਹੱਲਾ ਪੰਜਵਾਂ। ਚਰਨ ਕਮਲਾਂ ਸੰਗ ਮੋਹ ਲਏ ਹੋਏ, ਨਾਮ ਰਸ ਮਤੜੇ ਜਨ ਹਰ ਛਿਨ ਹਰ ਛਿਨ। ਚਰਨ ਕਮਲ ਸੰਗ ਇਉਂ ਲੀਨ ਰਹਿੰਦੇ ਹਨ, ਜਿਉਂ ਜਲ ਸੰਗ ਮਛਲੀ ਲੀਨ ਰਹਿੰਦੀ ਹੈ। ਪ੍ਰਭ ਜਲ ਸੰਗ ਲੀਨ ਮੀਨ ਵਾਲੀ ਸਦਾ ਅਭਿੰਨ ਦਸ਼ਾ ਨੂੰ ਪ੍ਰਾਪਤ ਹੋਏ ਜਨ ਇਸ ਇੱਕ ਰਸ ਆਤਮ ਰੰਗ ਨੂੰ ਮਾਣਨ ਅਤੇ ਮਾਣਦੇ ਰਹਿਣ ਲਈ ਚਰਨ ਕਮਲਮਈ ਅੰਚਲ ਹਰ ਛਿਨ ਗਹੀ ਹੀ ਰੱਖਦੇ ਹਨ ਅਤੇ ਬਿਨਾਂ ਅਲਾਉਂਦੇ ਰਹਿੰਦੇ ਹਨ। ਹੇ ਪ੍ਰੀਤਮ ਪ੍ਰਭੂ, ਇਹ ਅੰਚਲਾ ਸਦਾ ਗਹਾਈ ਹੀ ਰੱਖੋ ਅਤੇ ਵਾਹਿਗੁਰੂ ਕਿਰਪਾਲ ਦਇਆਲ ਹੋ ਕੇ ਆਪਣੇ ਜਨਾਂ ਦਾਸਾਂ ਦੀਨਾਂ ਨੂੰ ਸਦਾ ਹੀ ਸਤ ਸੰਗ ਦੇ ਰੰਗਾਂ ਵਿੱਚ ਰੁਮਾਈ ਰੱਖਦੇ ਹਨ ਅਤੇ ਆਪਣੇ ਸਦਾ ਸ਼ਰਨਾਗਤੀ ਅਧੀਨ ਅਨਾਥ ਦੀਨ ਭਗਤਾਂ ਨੂੰ ਆਪਣੀ ਅਪਾਰ ਮਾਇਆ ਧਾਰ ਕੇ ਸਦਾ ਅਪਣਾਈ ਹੀ ਰੱਖਦੇ ਹਨ। ਯਥਾ ਗੁਰਵਾਕ ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ। ਜਲ ਮੀਨ ਪ੍ਰਭ ਜੀਓ ਏਕ ਤੂੰ ਹੈ, ਭਿੰਨ ਆਨ ਨਾ ਜਾਨੀਐ। ਗਹਿ ਭੁਜਾ ਲੇਵੋ ਨਾਮ ਦੇਵੋ, ਤਉ ਪ੍ਰਸਾਦੀ ਮਾਨੀਐ। ਭਜ ਸਾਧ ਸੰਗੇ ਏਕ ਰੰਗੇ, ਕਿਰਪਾਲ ਗੋਬਿੰਦ ਦੀਨਾ। ਅਨਾਥ ਨੀਚ ਸ਼ਰਨਾਏ ਨਾਨਕ, ਕਰ ਮਇਆ ਆਪਣਾ ਕੀਨਾ। ਮਲਾਰ ਛੰਤ ਮਹੱਲਾ ਪੰਜਵਾਂ। ਇਹਨਾਂ ਗੂੜੇ ਆਤਮ ਰੰਗਾਂ ਵਿੱਚ ਰਤੜੇ ਜਨ ਚਰਨ ਕਮਲਾਂ ਦੀ ਪ੍ਰੀਤ ਨੂੰ ਸਲਾਹੁੰਦੇ ਨਹੀਂ ਰਜਦੇ ਅਤੇ ਇਸ ਪ੍ਰੀਤ ਨੂੰ ਧੰਨ ਧੰਨ ਉਚਾਰਦੇ ਹਨ। ਯਥਾ ਗੁਰਵਾਕ ਧੰਨ ਉਹ ਪ੍ਰੀਤ ਚਰਨ ਸੰਗ ਲਾਗੀ, ਧੰਨ ਉਹ ਪ੍ਰੀਤ ਚਰਨ ਸੰਗ ਲਾਗੀ। ਕੋਟ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਬੜ ਭਾਗੀ। ਰਹਾਉ ਕਾਨੜਾ ਮਹੱਲਾ ਪੰਜਵਾਂ। ਚਰਨ ਕਮਲਾਂ ਦੀ ਪ੍ਰੀਤ ਧਨਤਾ ਯੋਗ ਇਸ ਕਰਕੇ ਹੈ ਕਿ ਚਰਨ ਕਮਲਾਂ ਦੀ ਪ੍ਰੀਤ ਵਾਲੇ ਜਨ ਨੂੰ ਇਸ ਪ੍ਰੀਤ ਦੇ ਤੁਲ ਕੋਟ ਜਾਪ ਤਾਪ ਦੇ ਸੁੱਖਾਂ ਦੀ ਸਮਸਰਤਾ ਪ੍ਰਤੀਤ ਹੁੰਦੀ ਹੈ। ਇਹ ਚਰਨ ਕਮਲ ਕਿਸੇ ਵਡਭਾਗੇ ਗੁਰਮੁਖ ਜਨ ਨੂੰ ਹੀ ਆਏ ਪ੍ਰਾਪਤ ਹੁੰਦੇ ਹਨ, ਅੰਦਰੋਂ ਹੀ ਆਏ ਮਿਲਦੇ ਹਨ, ਅੰਦਰੋਂ ਹੀ ਆਏ ਮਿਲਦੇ ਹਨ। ਅੰਦਰੋਂ ਅੰਦਰ ਹੀ ਆਏ ਮਿਲੇ ਚਰਨ ਕਮਲਾਂ ਦਾ ਰਸ ਘਟ ਅੰਤਰੇ ਹੀ ਮਾਣੀਦਾ ਹੈ। ਨਾਮ ਰਸ ਵਿਗਾਸੀ ਜੋਤ ਪ੍ਰਗਾਸੀ ਚਰਨ ਕਮਲਾਂ ਦੀ ਪੂਜਾ ਭਗਤੀ ਅੰਤਰ ਲਿਵਲੀਨ ਹੋ ਕੇ ਹੀ ਚਰਨ ਕਮਲਾਂ ਦੇ ਰਸ ਰਸੀਏ ਜਨ ਕਰਦੇ ਹਨ ਅਤੇ ਚਰਨ ਕਮਲਾਂ ਦੇ ਰਸ ਰੰਗ ਵਿੱਚ ਰੱਤੇ ਹੋਏ ਚਰਨ ਕਮਲਾਂ ਦੀ ਮਹਿਮਾ ਦੇ ਗੁਣ ਹੀ ਗਾਉਂਦੇ ਹਨ। ਇਸ ਵਿਵਸਥਾ ਨੂੰ ਇਸ ਰਸ ਤੋਂ ਕੋਰਾ ਜਗਿਆਸੂ, ਇਸ ਵਿਵਸਥਾ ਨੂੰ ਇਸ ਰੰਗ ਤੋਂ ਕੋਰਾ ਜਗਿਆਸੂ ਕੋਈ ਕੀ ਸਮਝ ਸਕਦਾ ਹੈ। ਜਿਨ੍ਹਾਂ ਇਸ ਰਸ ਨੂੰ ਮਾਣਿਆ ਹੈ ਸੋਈ ਚਰਨ ਕਮਲਾਂ ਦੀ ਮਹਿਮਾ ਮਹੱਤਤਾ ਦੇ ਗੁਣ ਗਾਉਣ ਦੀ ਸਾਰ ਨੂੰ ਜਾਣਦੇ ਹਨ। ਦੇਖੋ ਕੈਸੀ ਅਬੁਝ ਬੁਝਾਰਤ ਹੈ। ਯਥਾ ਗੁਰਵਾਕ
ਹਰ ਕੇ ਚਰਨ ਹਿਰਦੈ ਗਾਏ। ਹਰ ਕੇ ਚਰਨ ਹਿਰਦੈ ਗਾਏ, ਸੀਤਲਾ ਸੁਖ ਸ਼ਾਂਤ ਮੂਰਤ, ਸਿਮਰ ਸਿਮਰ ਨਿਤ ਧਿਆਏ। ਰਹਾਉ। ਸਗਲ ਆਸ ਹੋਤ ਪੂਰਨ, ਕੋਟ ਜਨਮ ਦੁਖ ਜਾਏ। ਪੁੰਨ ਦਾਨ ਅਨੇਕ ਕਿਰਿਆ, ਸਾਧੂ ਸੰਗ ਸਮਾਏ। ਤਾਪ ਸੰਤਾਪ ਮਿਟੇ ਨਾਨਕ, ਬਾਹੁੜ ਕਾਲ ਨਾ ਖਾਏ। ਕਾਨੜਾ ਮਹੱਲਾ ਪੰਜਵਾਂ। ਭਾਵ ਹਿਰਦੇ ਅੰਦਰਲੇ ਜੋਤ ਜਗੰਨੇ ਚਰਨ ਕਮਲਾਂ ਦੇ ਅੰਮ੍ਰਿਤ ਰਸ ਨੂੰ ਮਾਣ ਮਾਣ। ਇਸ ਰਸ ਮਗੰਨੀ ਲਿਵਤਾਰ ਵਿੱਚ ਚਰਨ ਕਮਲਾਂ ਦੀ ਮਹਿਮਾ ਦੇ ਗੁਣ ਗਾਉਣੇ ਇਹ ਪਾਰਸ ਰਸਾਇਣੀ ਫਲ ਅੰਕੁਰ ਲਿਆਉਂਦੇ ਹਨ ਕਿ ਦਿਵ ਜੋਤ ਲਤੀਫੀ ਚਰਨ ਕਮਲਾਂ ਵਾਲਾ ਪ੍ਰੀਤਮ ਚਰਨ ਕਮਲਾਂ ਦੇ ਪ੍ਰਗਾਸ ਵਿੱਚ ਹੀ ਅਭੇਦ ਹੋ ਜਾਂਦਾ ਹੈ। ਪ੍ਰੀਤਮ ਦੇ ਗੁਣ ਗਾਉਣਾ ਅਤੇ ਪ੍ਰੀਤਮ ਪ੍ਰਭੂ ਦੇ ਚਰਨ ਕਮਲਾਂ ਦੇ ਰਿਦੰਤਰੀ ਵਿਗਾਸ ਨੂੰ ਮਹਿਮਾਉਣਾ ਇੱਕ ਰੂਪ ਹੀ ਹੋ ਜਾਂਦਾ ਹੈ ਅਤੇ ਇੱਕੋ ਪਾਰਸ ਕਲਾ ਵਾਲੀ ਪ੍ਰਵੀਨਤਾ ਰੱਖਦਾ ਹੈ। ਪ੍ਰੀਤਮ ਤੇ ਪ੍ਰੀਤਮ ਦੇ ਚਰਨ ਕਮਲ ਸਮਸਰ ਹੀ ਸੀਤਲਤਾ ਦਾ ਪਾਰਸ ਪ੍ਰਭਾਵ ਪ੍ਰਵੇਸ਼ ਕਰਨ ਹਾਰੇ ਹਨ ਅਤੇ ਸਮਸਰ ਹੀ ਸੁਖ ਸ਼ਾਂਤ ਮੂਰਤ ਹਨ। ਚਰਨਾਰ ਬਿੰਦ ਦੀ ਇਸ ਸੁਖ ਸ਼ਾਂਤ ਮੂਰਤ ਨੂੰ ਪੇਖ ਪੇਖ ਕੇ ਅਤੇ ਸਿਮਰ ਸਿਮਰ ਕੇ ਚਰਨ ਕਮਲ ਮੌਜਾਰੀ ਜਨ ਨਿਤ ਧਿਆਉਂਦੇ ਹਨ ਅਤੇ ਧਿਆਏ ਧਿਆਏ ਕੇ ਵਿਗਸਾਉਂਦੇ ਹਨ ਅਤੇ ਵਿਗਸ ਵਿਗਸ ਕੇ ਬਿਸਮਾਉਂਦੇ ਹਨ ਅਤੇ ਬਿਸਮ ਹੋਏ ਹੋਏ ਮੁਸਕਾਉਂਦੇ ਹਨ। ਹਰ ਜਨ ਗੁਣ ਗਾਵਤ ਹੱਸਿਆ, ਗੁਰਵਾਕ ਦਾ ਇਹ ਤੱਤ ਪਰਮਾਰਥ ਹੈ। ਹਰ ਜਨ ਗੁਣ ਗਾਵਤ ਹੱਸਿਆ, ਗੁਰਵਾਕ ਦਾ ਇਹ ਤੱਤ ਪਰਮਾਰਥ ਹੈ। ਇਸ ਬਿਸਮ ਲਿਵਤਾਰ ਅਵਸਥਾ ਦਾ ਸੁੱਤੇ ਅਮਰ ਫਲ, ਪਾਰਸ ਪ੍ਰਭਾਵੀ ਅਮਰ ਫਲ ਇਹ ਹੁੰਦਾ ਹੈ ਕਿ ਇਸ ਪਦ ਪ੍ਰਾਪਤ ਹੋਏ ਚਰਨ ਕਮਲਾਂ ਦੀ ਮੌਜ ਵਾਲੇ ਗੁਰਮੁਖ ਜਨ ਦੀਆਂ ਸਗਲ ਆਸਾਂ ਸੁੱਤੇ ਸੁਭਾਵ ਅਤੇ ਸਹਿਲੇ ਹੀ ਪੂਰਨ ਹੋ ਜਾਂਦੀਆਂ ਹਨ ਅਤੇ ਉਸ ਦਾ ਕੋਟ ਜਨਮਾਂ ਦਾ ਦੁੱਖ ਦਲਿਆ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਅਜਿਹੇ ਗੁਰਮੁਖ ਸਿੱਖ ਸਾਧੂ ਜਨ ਦਾ ਸੰਗ ਕੀਤਿਆਂ ਅਨੇਕ ਪੁੰਨ ਦਾਨਾਂ ਦਾ ਕਿਰਤ ਕਰਮੀ ਫਲ ਪ੍ਰਾਪਤ ਹੋ ਜਾਂਦਾ ਹੈ ਅਤੇ ਤਾਪ ਸੰਤਾਪ ਉਸ ਦੇ ਸਭ ਮਿਟ ਜਾਂਦੇ ਹਨ। ਬਹੁੜ ਉਸ ਨੂੰ ਜਮ ਕਾਲ ਨਹੀਂ ਖਾ ਸਕਦਾ, ਉਸ ਦੀ ਕਾਲ ਫਾਸ ਦਾ ਨਾਸ ਹੋ ਜਾਂਦਾ ਹੈ। ਇਉਂ ਗੁਰੂ ਨਾਨਕ ਸਾਹਿਬ ਉੱਪਰਲੇ ਵਾਕ ਵਿੱਚ ਸੱਚੀ ਸਾਖਾ ਭਰਦੇ ਉਚਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।